ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੂਡੈਂਟਸ ਟੁਡੇ ਵੀ ਡੂ ਆਵਰ ਨੈਕਸਟ ਟॉपिक द आइडिया ऑफ सत्याग्रह द आइडिया ऑफ सत्याग्रह मीन्स सत्याग्रह का विचार द मीनिंग ऑफ द सत्याग्रह सत्य मीन्स ट्रुथ सच अग्रह मुकाबला करना सो एज दिस द मीनिंग ऑफ द सत्याग्रह सच के मार्ग ते चल के मुकाबला करना एज वी नो दैट महात्मा गांधी returned from the South Africa in January 1915. He had came from the South Africa where he had successfully the reset regime with a novel method of mass agitation. Agitation means andolan, which he called सत्याग्रह। महात्मा गांधी ने सिर्फ इंडिया ਦੇ ਵਿੱਚ ਕੋਈ ਮੂਵਮੈਂਟ ਨਹੀਂ ਕੀਤੇ। महात्मा गांधी जो ਸਾਊਥ ਅਫਰੀਕਾ ਦੇ ਵਿੱਚ ਰਹਿੰਦਾ ਪਿਆ ਸੀ ਉਸ ਕੰਟਰੀ ਦੇ ਵਿੱਚ ਵੀ ਜਿਹੜਾ 2 ਟਾਈਪਸ ਪੀਪਲ ਸੀ ਬਲੈਕ ਔਰ ਵਾਈਟ ਪੀਪਲ ਐਂਡ ਆਲਸੋ ਸਮ ਆਫ ਦਾ ਫੋਰਨ ਪੀਪਲ ਐਂਡ ਇਨ ਦੈਟ ਕੰਟਰੀ ਪੀਪਲ ਆਰ ਨੋਟ ਇਕੁਅਲੀ ਟ੍ਰੀਟਡ। ਲੋਕਾਂ ਦੇ ਨਾਲ ਇੱਕੋ ਜਿਹਾ ਵਿਵਹਾਰ ਜਿਹੜਾ ਨਹੀਂ ਕੀਤਾ ਜਾਂਦਾ। ਬਲੈਕ ਪੀਪਲ ਦੇ ਨਾਲ ਜਿਹੜਾ ਇੱਕ ਸਲੇਵਰੀ ਵਾਂਗ ਬਿਹੇਵ ਕੀਤਾ ਜਾਂਦਾ ਸੀ। ਵਾਈਟ ਪੀਪਲ ਦੀ ਜਿਹੜਾ ਵਾ ਲਾਅ ਅਲੱਗ ਹੁੰਦੇ ਸੀ। ਬਲੈਕ ਪੀਪਲ ਸੀ ਔਰ ਜੋ ਫੋਰਨਰ ਲੋਕ ਸੀ ਜਿਵੇਂ ਕਿ ਇੰਡੀਆ ਦੇ ਲੋਕ ਸੀ ਜੋ ਕਿ ਇੱਕ ਗੁਲਾਮ ਦੇਸ਼ ਦੇ ਲੋਕ ਹੀ ਵੀ ਨੋ ਡੈਟ ਇੰਡੀਆ ਇਜ਼ ਦਾ ਸਲੇਵ ਆਫ ਦਾ ਬ੍ਰਿਟਿਸ਼। ਉਸ ਸਮੇਂ ਇੰਡੀਆ ਜਿਹੜਾ ਵਾ ਅੰਗਰੇਜ਼ਾਂ ਦਾ ਗੁਲਾਮ ਸੀ। ਇਹਨਾਂ ਲੋਕਾਂ ਦੇ ਨਾਲ ਜਿਹੜਾ ਵਾ ਇੱਕ ਕ੍ਰਿਮੀਨਲ ਵਾਂਗ ਜਿਹੜਾ ਬਿਹੇਵ ਕੀਤਾ ਜਾਂਦਾ ਸੀ। ਸੋ ਇਸ ਚੀਜ਼ ਦੇ ਅਗੇਂਸਟ ਜਿਹੜਾ ਮਹਾਤਮਾ ਗਾਂਧੀ ਨੇ ਆਲ ਆਰ ਇਕੁਅਲ ਇਸ ਸਿਧਾਂਤ ਨੂੰ ਲੈ ਕੇ ਕਿ ਸਾਰੇ ਲੋਕ ਬਰਾਬਰ ਨੇ ਵਾਈਟ ਔਰ ਬਲੈਕ ਨੇ ਜਿਹੜੇ ਸਾਰੇ ਬਰਾਬਰ ਹੈ ਇਸ ਸਿਧਾਂਤ ਤੋਂ ਲੈ ਕੇ ਮਹਾਤਮਾ ਗਾਂਧੀ ਨੇ ਉੱਥੇ ਅੰਦੋਲਨ ਕੀਤਾ ਹੈ। ਮਜਬੂਰਨ ਉਸ ਗੌਰਮੈਂਟ ਨੂੰ ਜਿਹੜਾ ਵਾ ਬਲੈਕ ਪੀਪਲ ਨੂੰ ਜਿਹੜਾ ਹਿਊਮਨ ਰਾਈਟਸ ਜਿਹੜੇ ਉਹ ਪ੍ਰੋਵਾਈਡ ਕਰਨੇ ਪਿਆ। ਆਪਣੇ ਇਸ ਅੰਦੋਲਨ ਨੂੰ ਮਹਾਤਮਾ ਗਾਂਧੀ ਨੇ ਜਿਹੜਾ ਹੈ ਸੱਤਿਆਗ੍ਰਹਿ ਦਾ ਨਾਮ ਦਿੱਤਾ। ਨੈਕਸਟ ਸੱਤਿਆਗ੍ਰਹਿ ਐਮਫੇਸਾਈਜ਼ ਦਾ ਪਾਵਰ ਆਫ ਦਾ ਟਰੂਥ ਇਫ ਦਾ ਸਟਰਗਲ ਵਾਜ ਦਾ ਅਗੇਂਸਟ ਇਨਜਸਟਿਸ। ਸੱਤਿਆਗ੍ਰਹਿ ਦੇ ਵਿੱਚ ਮਹਾਤਮਾ ਗਾਂਧੀ ਵੱਲੋਂ ਆਖਿਆ ਗਿਆ ਸੀ ਕਿ ਅਸੀਂ ਸੱਚ ਦੇ ਉੱਪਰ ਔਰ ਸੱਚ ਦੀ ਤਾਕਤ ਦੇ ਉੱਪਰ ਜ਼ੋਰ ਦੇਵਾਂਗੇ ਜੇਕਰ ਸਾਡੀ ਲੜਾਈ ਜਿਹੜੀ ਇਨਜਸਟਿਸ ਅਨਿਆਂ ਦੇ ਵਿਰੁੱਧ ਆ। ਮੀਨਸ ਮਹਾਤਮਾ ਗਾਂਧੀ ਦਾ ਮੰਨਣਾ ਕਿ ਜੇਕਰ ਅਸੀਂ ਅਨਿਆਂ ਦੇ ਇਨਜਸਟਿਸ ਦੇ ਵਿਰੁੱਧ ਲੜ ਰਹੇ ਹਾਂ ਸਾਨੂੰ ਕਿਸੇ ਵੀ ਹਥਿਆਰ ਕਿਸੇ ਵੀ ਫੋਰਸ ਕਿਸੇ ਵੀ ਪਾਵਰ ਦੀ ਜਿਹੜੀ ਆ ਜ਼ਰੂਰਤ ਨਹੀਂ ਹੈ। ਅਸੀਂ ਸੱਚ ਦੇ ਮਾਰਗ 'ਤੇ ਚੱਲ ਕੇ ਸ਼ਾਂਤਮਈ ਤਰੀਕੇ ਦੇ ਨਾਲ ਆਪਣੀਆਂ ਡਿਮਾਂਡਸ ਜਿਹੜੀਆਂ ਗੌਰਮੈਂਟ ਵੱਲੋਂ ਪੂਰੀਆਂ ਕਰਵਾ ਸਕਦੇ ਹਾਂ। ਨੈਕਸਟ ਪੁਆਇੰਟ ਹੇਅਰ ਆਈ ਰਾਈਟ MG ਮੀਨਸ ਮਹਾਤਮਾ ਗਾਂਧੀ। ਮਹਾਤਮਾ ਗਾਂਧੀ ਦਾ ਮੰਨਣਾ ਸੀ ਕਿ ਨੋਨ ਵਾਇਲੈਂਸ ਅਹਿੰਸਾ ਇਸ ਮਾਰਗ 'ਤੇ ਚੱਲ ਕੇ ਅਸੀਂ ਸਾਰੇ ਲੋਕਾਂ ਨੂੰ ਜਿਹੜਾ ਵਾ ਅਹਿੰਸਾ ਦੇ ਧਰਮ ਵਿੱਚ ਇਕੱਠਾ ਕਰ ਸਕਦੇ ਹਾਂ। ਨੋਨ ਵਾਇਲੈਂਸ ਮਤਲਬ ਕਿਸੇ ਦੇ ਨਾਲ ਬ੍ਰਟਲ ਵੇ ਤੋਂ ਬਿਨਾਂ ਜਿਹੜਾ ਵਾ ਬਿਹੇਵ ਕਰਕੇ ਮਾਰ ਕੁਟਾਈ ਖੂਨ ਖਰਾਬੇ ਤੋਂ ਬਿਨਾਂ ਜਿਹੜਾ ਵਾ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਸਟ੍ਰਾਈਕ ਕਰਕੇ ਜਾਂ ਹੜਤਾਲ ਕਰਕੇ ਜਾਂ ਜਿਹੜਾ ਗੌਰਮੈਂਟ ਆਫਿਸ ਆ ਉਹਨੇ ਸੀਜ਼ ਕਰਕੇ ਮੀਨਸ ਘੇਰਾ ਪਾ ਕੇ ਆਪਣੀ ਡਿਮਾਂਡਸ ਜਿਹੜੀਆਂ ਕਨਵਰਸੇਸ਼ਨ ਦੇ ਨਾਲ ਜਿਹੜੀਆਂ ਕੇਟਰ ਕਰ ਲੈਣੀਆਂ ਔਰ ਪੂਰੀਆਂ ਕਰ ਲੈਣੀਆਂ। ਆਫਟਰ ਅਰਾਈਵਿੰਗ ਇਨ ਇੰਡੀਆ ਮਹਾਤਮਾ ਗਾਂਧੀ ਸਕਸੈਸਫੁਲੀ ਔਰਗਨਾਈਜ਼ ਫੋਲੋਇੰਗ ਮੂਵਮੈਂਟ ਇਨ ਵੇਰੀਅਸ ਪਲੇਸ। ਮਹਾਤਮਾ ਗਾਂਧੀ ਜਦੋਂ ਇੰਡੀਆ ਦੇ ਵਿੱਚ ਆ ਗਿਆ ਉਸ ਤੋਂ ਬਾਅਦ ਇਹਨੇ ਇੰਡੀਆ ਦੇ ਵਿੱਚ ਇਹ ਵਾਲੇ ਅੰਦੋਲਨ ਜਿਹੜੇ ਆ ਲੜਿਆ। ਸਭ ਤੋਂ ਪਹਿਲਾਂ ਆਉਂਦਾ ਹੈ ਸਾਡੇ ਕੋਲ ਇਨ 1917 ਚੈਂਪੀਅਨ ਇਨ ਬਿਹਾਰ ਪੀਜ਼ੈਂਟ ਮੂਵਮੈਂਟ। ਵੀ ਆਲਸੋ ਰੀਡ ਅਬਾਊਟ ਦਿਸ ਮੂਵਮੈਂਟ ਇਨ 8th ਕਲਾਸ। ਸਭ ਤੋਂ ਪਹਿਲਾਂ ਮਹਾਤਮਾ ਗਾਂਧੀ ਨੇ ਇੰਡੀਆ ਦੇ ਵਿੱਚ ਆ ਕੇ ਬਿਹਾਰ ਦਾ ਇੱਕ ਇਲਾਕਾ ਹੈ ਚੰਪਰਨ ਉੱਥੇ ਕਿਸਾਨਾਂ ਦੀ ਸਹਾਇਤਾ ਦੇ ਨਾਲ ਅੰਦੋਲਨ ਕੀਤਾ ਹੈ। ਆਪਾਂ 8th ਕਲਾਸ ਵਿੱਚ ਪੜ੍ਹਿਆ ਹੈ ਕਿ ਉਸ ਸਮੇਂ ਕਿਸਾਨਾਂ ਨੂੰ ਜਿਹੜਾ ਇੰਡੀਗੋ ਮੀਨਸ ਨੀਲ ਦੀ ਫਸਲ ਉਗਾਉਣ ਵਾਸਤੇ ਮਜਬੂਰ ਕੀਤਾ ਜਾਂਦਾ ਸੀ। ਪਰ ਜਦੋਂ ਕਿਸਾਨ ਜਿਹੜੀ ਆਪਣੀ ਫਸਲ ਤਿਆਰ ਕਰ ਲੈਂਦੇ ਸੀ ਉਹਨਾਂ ਨੂੰ ਉਸ ਫਸਲ ਦਾ ਜਿਹੜਾ ਵਾ ਪੂਰਾ ਪ੍ਰਾਈਜ਼ ਨਹੀਂ ਦਿੱਤਾ ਜਾਂਦਾ। ਹੁਣ ਆਪਾਂ ਦੇਖੋ ਆਪਾਂ ਕਿਸਾਨ ਆ ਆਪਾਂ ਇੱਕ ਫਸਲ ਤਾਂ ਤਿਆਰ ਕਰਨੀ ਆ ਫਿਰ ਸਾਨੂੰ ਜਿਹੜਾ ਵਾ ਇੰਡੀਗੋ ਦੀ ਫਸਲ ਉਗਾਉਣ ਦੇ ਵਿੱਚ ਜਿਹੜੀ ਪ੍ਰੋਬਲਮ ਕੀ ਸੀ। ਜਿਵੇਂ ਅੱਜ ਆਪਣੇ ਸਾਡੇ ਆੜ੍ਹਤੀ ਆ ਉਸ ਸਮੇਂ ਹੁੰਦੇ ਸੀ ਕਲਟੀਵੇਟਰ ਜਿਹੜਾ ਕਿਸਾਨ ਨੂੰ ਜਿਹੜਾ ਇਹ ਕਰਜ਼ੇ ਦਿੰਦਾ ਸੀ ਡੈਪਟ ਟੂ ਪੀਜ਼ੈਂਟ। ਕਿਸਾਨ ਨੂੰ ਕਰਜ਼ ਦੇਣਾ ਕਿ ਤੂੰ ਕਰਜ਼ ਲੈ ਆਪਣੀ ਫਸਲ 'ਤੇ ਜਿਹੜਾ ਵਾ ਇੰਡੀਗੋ ਦੀ ਫਸਲ ਜਿਹੜਾ ਤਿਆਰ ਕਰ। ਕਿਸਾਨ ਨੇ ਜਿਹੜਾ ਕਰਜ਼ ਲੈ ਕੇ ਇੰਡੀਗੋ ਦੀ ਫਸਲ ਤਿਆਰ ਕਰ ਲੈਣੀ। ਹੁਣ ਕਲਟੀਵੇਟਰ ਨੂੰ ਪਤਾ ਕਿ ਮੈਂ ਆਪਣੇ ਜਿਹੜਾ ਵਾ ਪੈਸੇ ਪਹਿਲਾਂ ਤਾਂ ਕਿਸਾਨ ਨੂੰ ਦੇ ਚੁੱਕਾ ਹੈ। ਹੁਣ ਜਦੋਂ ਕਿਸਾਨ ਦੀ ਜਿਹੜਾ ਵਾ ਰਾਈਪ ਹੋ ਜਾਂਦੀ ਫਸਲ ਪੱਕ ਜਾਂਦੀ ਸੀ ਦੈਨ ਕਲਟੀਵੇਟਰ ਬਾਏ
crops at lower price। ਹੁਣ ਕਲਟੀਵੇਟਰ ਕਾਸ਼ਤਕਾਰ ਜਿਹੜਾ ਕਿਸਾਨਾਂ ਦੀ ਫਸਲ ਜਿਹੜਾ ਵਾ ਘੱਟ ਪੈਸੇ ਦੀ ਖਰੀਦਦਾ ਸੀ। ਕਿਸਾਨ ਆਪਣੀ ਫਸਲ ਜਿਹੜੀ ਆ ਬਾਹਰ ਮੰਡੀ ਦੇ ਵਿੱਚ ਵੀ ਨਹੀਂ ਵੇਚ ਸਕਦਾ, ਕਿਉਂਕਿ ਕਿਸਾਨ ਨੇ ਜਦੋਂ ਕਰਜ਼ਾ ਲਿਆ ਸੀ ਕਲਟੀਵੇਟਰ ਕੋਲੋਂ ਇੱਕ ਐਗਰੀਮੈਂਟ ਕੀਤਾ ਸੀ ਕਿ ਮੈਂ ਜਦੋਂ ਵੀ ਆਪਣੀ ਫਸਲ ਤਿਆਰ ਕਰਾਂਗਾ ਤੇਰੇ ਕੋਲ ਲਿਆ ਕੇ ਵੇਚਾਂਗਾ। ਹੁਣ ਜਦੋਂ ਕਿਸਾਨ ਦੀ ਫਸਲ ਜਿਹੜੀ ਆ ਬਹੁਤ ਘੱਟ ਰੇਟ 'ਤੇ ਵਿਕੀ, ਡੈਬਟ ਆ ਪਲੱਸ ਇਹਦੇ ਨਾਲ ਇੰਟਰਸਟ ਵੀ ਲੱਗ ਗਿਆ ਏ, ਕਿਸਾਨ ਦੀ ਰਕਮ ਦੇ ਵਿੱਚ ਜਿਹੜਾ ਇਜ਼ਾਫਾ ਹੋ ਗਿਆ। ਹੁਣ ਕਿਸਾਨ ਨੇ ਜਿਹੜਾ ਆਪਣਾ ਕਰਜ਼ਾ ਵੀ ਉਤਾਰਨਾ ਹੈ, ਵਿਆਜ ਵੀ ਉਤਾਰਨਾ ਹੈ, ਨਿਊ ਫਸਲ ਜਿਹੜੀ ਆ ਉਹ ਵੀ ਬਾਏ ਕਰਨੀ ਆ, ਰੈਡੀ ਕਰਨੀ, ਤਿਆਰ ਕਰਨੀ ਆ, ਸੀਡਸ ਵਗੈਰਾ, ਫਰਟੀਲਾਈਜ਼ਰਸ ਵਗੈਰਾ ਜਿਹੜਾ ਬਾਏ ਕਰਨੇ ਆ, ਆਪਣੇ ਪਰਿਵਾਰ ਦਾ ਗੁਜ਼ਾਰਾ ਵੀ ਕਰਨਾ ਹੈ। ਫਿਰ ਕੀ ਹੁੰਦਾ, ਕਿਸਾਨ ਨੂੰ ਫਿਰ ਜਿਹੜਾ ਇੱਕ ਵਾਰੀ ਵਾਪਸ ਜਿਹੜਾ ਕਲਟੀਵੇਟਰ ਦੇ ਕੋਲੋਂ ਜਿਹੜਾ ਵਾ ਕਰਜ਼ਾ ਲੈਣਾ ਪੈਂਦਾ ਹੈ। ਇਸ ਤਰੀਕੇ ਦੇ ਨਾਲ ਜਿਹੜਾ ਵਾ ਇੱਕ ਪੀਜ਼ੈਂਟ ਹੈ, ਕਿਸਾਨ ਹੈ ਜਿਹੜਾ ਉਹ ਡੈਬਟ ਸਰਕਲ ਦੇ ਵਿੱਚ ਜਿਹੜਾ ਫਸ ਜਾਂਦਾ ਸੀ। ਡੈਬਟ ਸਾਈਕਲ ਦੇ ਵਿੱਚ ਕਿਸਾਨ ਫਸ ਜਾਂਦਾ ਹੈ। ਕਦੇ ਵੀ ਕਿਸਾਨਾਂ ਦਾ ਜਿਹੜਾ ਇਹ ਕਰਜ਼ੇ ਦਾ ਚੱਕਰ ਜਿਹੜਾ ਖਤਮ ਨਹੀਂ ਸੀ ਹੁੰਦਾ। ਇੱਕ ਕਰਜ਼ੇ ਤੋਂ ਦੂਸਰੀ ਦਾ ਜਿਹੜਾ ਵਾ ਕਰਜ਼ਾ ਉਤਾਰ ਲੈਣਾ, ਦੂਸਰੀ ਫਸਲ ਤੋਂ ਫਿਰ ਜਿਹੜਾ ਵਾ ਨਵੀਂ ਫਸਲ ਵਾਸਤੇ ਕਰਜ਼ਾ ਲੈ ਲੈਣਾ, ਉਹਦਾ ਉਤਾਰਦੇ ਰਹਿਣਾ। ਕਿਸਾਨ ਇਸ ਤਰ੍ਹਾਂ ਸਾਰੀ ਜ਼ਿੰਦਗੀ ਜਿਹੜਾ ਵਾ ਕਰਜ਼ੇ ਦੇ ਚੱਕਰ ਵਿੱਚ ਫਸਿਆ ਰਹਿੰਦਾ ਸੀ। ਇਹ ਅਜਿਹੀ ਬਦਹਾਲੀ ਵੇਖ ਕੇ ਕਿਸਾਨ ਜਿਹੜਾ ਵਾ ਇੰਡੀਆ ਤੋਂ ਫਸਲ ਜਿਹੜਾ ਵਾ ਨਹੀਂ ਸੀ ਉਗਾਉਣਾ ਚਾਹੁੰਦੇ, ਪਰ ਫਿਰ ਵੀ ਬ੍ਰਿਟਿਸ਼ ਜਿਹੜਾ ਜ਼ਬਰਦਸਤੀ ਕਿਸਾਨਾਂ ਨੂੰ ਇਹ ਫਸਲ ਉਗਾਉਣ ਵਾਸਤੇ ਮਜਬੂਰ ਕਰਦੇ ਸੀ। ਅਜਿਹੇ ਹਾਲਾਤ ਦੇਖ ਕੇ ਮਹਾਤਮਾ ਗਾਂਧੀ ਨੇ ਫਿਰ ਪੀਜ਼ੈਂਟ ਦੇ ਨਾਲ ਲੈ ਕੇ 1917 ਨੂੰ ਚੰਪਰਨ ਵਿਖੇ ਜਿਹੜਾ ਮੂਵਮੈਂਟ ਅੰਦੋਲਨ ਸ਼ੁਰੂ ਕੀਤਾ, ਜੋ ਕਿ ਸਕਸੈਸਫੁਲ ਰਿਹਾ। ਅਤੇ ਕਿਉਂਕਿ ਇਸ ਸਮੇਂ 1857 ਦੀ ਜਿਹੜੀ ਆ ਰੈਵੋਲਿਊਸ਼ਨ, ਉਹਦਾ ਵੀ ਬ੍ਰਿਟਿਸ਼ ਦੇ ਮਨਾਂ ਦੇ ਵਿੱਚ ਡਰ ਸੀ ਕਿ ਅਗਰ ਅਸੀਂ ਕਿਸਾਨਾਂ ਦੀਆਂ ਡਿਮਾਂਡਸ ਪੂਰੀਆਂ ਨਹੀਂ ਕਰਾਂਗੇ, ਕਿਸਾਨ ਜਿਹੜਾ 1857 ਵਾਂਗ ਜਿਹੜਾ ਕੋਈ ਵੱਡਾ ਜਿਹੜਾ ਵਾ ਸਟੈਪ ਲੈ ਸਕਦਾ, ਜਿਹਦੇ ਨਾਲ ਸਾਡੀ ਗੌਰਮੈਂਟ ਨੂੰ ਕੋਈ ਵੀ ਜਿਹੜਾ ਵਾ ਖਤਰਾ ਹੋ ਸਕਦਾ ਹੈ। ਸੋ ਨੈਕਸਟ ਇਨ 1917 ਖੇਦਾ ਡਿਸਟ੍ਰਿਕਟ ਗੁਜਰਾਤ ਪੀਜ਼ੈਂਟ ਰੈਵਨਿਊ ਮੂਵਮੈਂਟ। 1917 ਈਸਵੀ ਦੇ ਵਿੱਚ ਗੁਜਰਾਤ ਵਿੱਚ ਖੇਦਾ ਇੱਕ ਜ਼ਿਲ੍ਹਾ ਹੈ। ਇਸ ਇਲਾਕੇ ਦੇ ਵਿੱਚ ਜਿਹੜਾ ਕਿਸਾਨਾਂ ਦੇ ਕੋਲੋਂ ਟੈਕਸ ਉਗਰਾਇਆ ਜਾਂਦਾ ਸੀ। ਹੁਣ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਦੇ ਕੋਲ ਟੈਕਸ ਉਗਰਾਇਆ ਜਾਂਦਾ ਹੈ, ਪਰ ਇਸ ਜ਼ਿਲ੍ਹੇ ਦੇ ਡਿਸਟ੍ਰਿਕਟ ਦੇ ਵਿੱਚ ਕੁਦਰਤੀ ਮਾਰ ਪਈ ਆ, ਕਿਸਾਨਾਂ ਦੀ ਫਸਲ ਜਿਹੜੀ ਖਰਾਬ ਹੋ ਗਈ ਆ। ਕਿਸਾਨਾਂ ਦੇ ਕੋਲੋਂ ਨਾ ਤਾਂ ਆਪਣੇ ਪਰਿਵਾਰ ਵਾਸਤੇ ਜਿਹੜਾ ਕੋਈ ਖਾਣਾ ਬਚਿਆ ਹੈ, ਅਨਾਜ ਬਚਿਆ ਹੈ, ਔਰ ਨਾ ਹੀ ਕੋਈ ਸੇਵਿੰਗ ਹੋਈ ਆ। ਪਰ ਜਿਹੜੇ ਗੌਰਮੈਂਟ ਦੇ ਆਫਿਸਰ ਸੀ, ਉਹਨਾਂ ਨੇ ਕਿਸਾਨਾਂ ਦੇ ਕੋਲੋਂ ਜ਼ਬਰਦਸਤੀ ਜਿਹੜਾ ਵਾ ਟੈਕਸ ਵਸੂਲਣਾ ਜਿਹੜਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਕਿਸਾਨਾਂ ਨੂੰ ਆਪਣੀ ਜਿਹੜੀ ਲੈਂਡ ਆ ਉਹ ਜਿਹੜਾ ਸੇਲ ਕਰਨੀ ਪਈ। ਘਰ ਦੇ ਜਿਹੜਾ ਕੋਈ ਔਰਨਾਮੈਂਟਸ ਜਾਂ ਹੋਰ ਘਰ ਦੇ ਆਪਣੇ ਘਰ ਵਿੱਚ ਕੋਈ ਵੀ ਟੂਲਸ ਵਗੈਰਾ ਸੀ, ਉਹ ਵੇਚ ਕੇ ਜਿਹੜਾ ਬ੍ਰਿਟਿਸ਼ ਨੂੰ ਟੈਕਸ ਦੇਣਾ ਪਿਆ। ਅਜਿਹੀ ਬਦਹਾਲੀ ਵੇਖ ਕੇ ਕਿਸਾਨਾਂ ਨੇ ਇੱਥੋਂ ਦੇ ਕਿਸਾਨਾਂ ਇੱਕ ਵਾਰ ਫਿਰ ਮਹਾਤਮਾ ਗਾਂਧੀ ਦਾ ਸਹਾਰਾ ਲੈ ਕੇ ਅੰਦੋਲਨ ਕੀਤਾ, ਜੋ ਕਿ ਸਕਸੈਸਫੁਲ ਰਿਹਾ। ਇਨ 1980 ਅਹਿਮਦਾਬਾਦ ਕਾਟਨ ਮਿਲ ਵਰਕਰ। 1918 ਈਸਵੀ ਦੇ ਵਿੱਚ ਮਹਾਤਮਾ ਗਾਂਧੀ ਨੇ ਕਾਟਨ ਮਿਲ ਦੇ ਜਿਹੜੇ ਵਰਕਰ ਸੀ, ਕਾਮੇ ਮਜ਼ਦੂਰ ਸੀ, ਉਹਨਾਂ ਦੀ ਅਗਵਾਈ ਕਰਕੇ ਅਹਿਮਦਾਬਾਦ ਦੇ ਬ੍ਰਿਟਿਸ਼ ਮਾਲਕ ਦਾ ਜੋ ਮਾਲਕ ਸੀ ਉਹਦੇ ਵਿਰੁੱਧ ਅੰਦੋਲਨ ਕੀਤਾ, ਕਿਉਂਕਿ ਉਸ ਵੱਲੋਂ ਵਰਕਰ ਨੂੰ ਕੋਈ ਤਾਂ ਸੇਫਟੀ ਕਿਟਸ ਨਹੀਂ ਦਿੱਤੀ ਜਾਂਦੀਆਂ, ਕੋਈ ਉਹਨਾਂ ਦੇ ਵਰਕ ਆਵਰਸ ਨਿਸ਼ਚਿਤ ਨਹੀਂ ਕੀਤੇ ਜਾਂਦੇ, ਰੈਗੂਲਰ ਸੈਲਰੀ ਨਹੀਂ ਦਿੱਤੀ ਜਾਂਦੀ, ਉਹਨਾਂ ਦੇ ਜਿਹੜਾ ਵਾ ਰਹਿਣ ਸਹਿਣ ਦਾ, ਰੈਜ਼ੀਡੈਂਸ ਦਾ ਔਰ ਫੂਡ ਵਗੈਰਾ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਜਾਂਦਾ। ਅਜਿਹੀ ਬਦਹਾਲੀ ਵੇਖ ਕੇ ਕਿਸਾਨਾਂ ਦੇ ਅੰਦੋਲਨ ਦਾ ਉਤਸ਼ਾਹਿਤ ਮੋਟੀਵੇਸ਼ਨ ਹੋ ਕੇ ਇਹਨਾਂ ਮਜ਼ਦੂਰਾਂ ਨੇ, ਵਰਕਰਸ ਨੇ ਵੀ ਮਹਾਤਮਾ ਗਾਂਧੀ ਨੂੰ ਆਪਣੇ ਲਈ ਇੱਕ ਅੰਦੋਲਨ ਕਰਨਾ ਜਿਹੜਾ ਵਾ ਸੱਦਾ ਦਿੱਤਾ, ਜੋ ਕਿ ਇਹੀ ਅੰਦੋਲਨ ਵੀ ਸਕਸੈਸਫੁਲ ਰਿਹਾ। ਨੈਕਸਟ ਵੀ ਹੈ ਦਾ 1.2 ਟੋਪਿਕ ਦਾ ਰੌਲਟ ਐਕਟ। ਦਾ ਰੌਲਟ ਐਕਟ ਇੱਕ ਕਾਨੂੰਨ ਸੀ ਜੋ ਅੰਗਰੇਜ਼ਾਂ ਵੱਲੋਂ ਪਾਸ ਕੀਤਾ ਗਿਆ ਸੀ। ਇੱਕ ਓਪਰੇਸ਼ਨ ਇੱਕ ਦਬਾਉਣ ਵਾਲਾ ਕਾਨੂੰਨ ਸੀ, ਜਿਸ ਦੇ ਅਨੁਸਾਰ ਇੰਡੀਆ ਦਾ ਕੋਈ ਵੀ ਲੋਕ ਜਿਸ ਦੇ ਉੱਪਰ ਸ਼ੱਕ ਸੀ ਕਿ ਇਹ ਬੰਦਾ ਜਿਹੜਾ ਇੰਡੀਆ ਦੇ ਕੋਈ ਬ੍ਰਿਟਿਸ਼ ਆਫਿਸਰ ਆ, ਇਹਨਾਂ ਦੇ ਵਿਰੁੱਧ ਕਾਰਵਾਈ ਕਰਨ ਦੇ ਬਾਰੇ ਸੋਚ ਰਿਹਾ, ਸਰਕਾਰ ਬਾਰੇ ਮੁਜ਼ਾਹਰਾ ਕਰਨਾ ਚਾਹੁੰਦਾ ਹੈ ਜਾਂ ਸਰਕਾਰ 'ਤੇ ਕੋਈ ਦਬਾਅ ਬਣਾਉਣਾ ਚਾਹੁੰਦਾ ਹੈ, ਇਹਨਾਂ ਲੋਕਾਂ ਨੂੰ ਸ਼ੱਕ ਦੇ ਆਧਾਰ 'ਤੇ ਜਿਹੜਾ ਵਾ ਜੇਲ੍ਹ ਵਿੱਚ 2 ਸਾਲ ਤੱਕ ਬੰਦ ਕੀਤਾ ਜਾਂਦਾ ਸੀ। ਇਹਨਾਂ ਲੋਕਾਂ ਨੂੰ 2 ਸਾਲਾਂ ਤੱਕ ਕਿਸੇ ਵੀ ਆਪਣੀ ਹਿਊਮਨ ਰਾਈਟਸ, ਜਿਸ ਤਰ੍ਹਾਂ ਆਪਾਂ ਵਕੀਲ ਕਰਕੇ ਜ਼ਮਾਨਤ ਲੈ ਲੈਂਦੇ ਹਾਂ ਜਾਂ ਆਪਣਾ ਇੱਕ ਅਦਾਲਤ ਵਿੱਚ ਕੇਸ ਲੜਿਆ ਜਾਂਦਾ, ਅਜਿਹਾ ਕੋਈ ਵੀ ਰਾਈਟ ਨਹੀਂ ਦਿੱਤਾ ਜਾਂਦਾ। ਸਿਰਫ ਸ਼ੱਕ ਦੇ ਆਧਾਰ 'ਤੇ, ਇਹਨਾਂ ਸਸਪੀਸ਼ੀਅਸ ਦੇ ਆਧਾਰ 'ਤੇ 2 ਈਅਰਸ ਵਾਸਤੇ ਜਿਹੜਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ। ਹੁਣ ਬ੍ਰਿਟਿਸ਼ ਜਿਹੜੇ ਇਹਨਾਂ ਨੂੰ ਇਹ ਲੋੜ ਕਿਉਂ ਪਈ ਸੀ ਇਸ ਕਾਨੂੰਨ ਦੀ?
ਇਸ ਐਕਟ ਤੋਂ ਪਹਿਲਾਂ ਜਿਹੜਾ ਜਦੋਂ ਵਰਲਡ ਵਾਰ ਚੱਲਦੀ ਪਈ ਸੀ ਉਸ ਸਮੇਂ ਅੰਗਰੇਜ਼ਾਂ ਨੇ ਜਿਹੜਾ ਸਾਡੇ ਜੋ ਵੀ ਹਿਊਮਨ ਰਾਈਟਸ ਆ ਜਿਹੜੇ ਉਸ ਵਾਪਸ ਲਏ ਹੋਏ। ਜਿਵੇਂ ਅੱਜ ਕੱਲ੍ਹ ਸਾਡੇ ਜਿਹੜਾ ਕਰਫਿਊ ਚੱਲਦਾ ਪਿਆ ਇੰਡੀਆ ਦੇ ਵਿੱਚ, ਜਿੰਨੇ ਵੀ ਸਾਡੇ ਹਿਊਮਨ ਰਾਈਟਸ ਆ, rights like the expression of the thoughts settled in any part of our country, rallies, strikes, ਹੜਤਾਲ etc. all are suspended now। ਇਹ ਸਾਰੇ ਜਿਹੜੇ ਸਾਡੇ ਰਾਈਟਸ ਜੋ ਸਾਨੂੰ ਕੌਨਸਟੀਟਿਊਸ਼ਨ ਦੁਆਰਾ ਮਿਲੇ ਹੋਏ ਆ, ਇਹਨਾਂ ਨੂੰ ਸਸਪੈਂਡ ਕੀਤਾ ਗਿਆ ਕਿਉਂਕਿ ਗੌਰਮੈਂਟ ਨੂੰ ਪਤਾ ਹੈ ਅਗਰ ਇੱਕ ਪਾਸੇ ਲੋਕ ਹੈ ਜਿਹੜੇ ਪੀਪਲਸ ਮੇਰੇ ਦੇਸ਼ ਦੇ ਉਹ ਸਟ੍ਰਾਈਕ ਕਰ ਦਿੰਦੇ ਆ ਜਾਂ ਇਕੱਠੇ ਹੋ ਜਾਂਦੇ ਆ, ਰੈਲੀ ਕਰਦੇ ਆ, ਜਾਂ ਦੇਸ਼ ਦੇ ਜਿਹੜਾ ਦੂਸਰੇ ਅਦਰ ਪਾਰਟਸ ਆ ਉਹਨਾਂ ਦੇ ਵਿੱਚ ਜਿਹੜਾ ਵੈਂਡਰਿੰਗ ਕਰਦੇ ਆ, ਘੁੰਮਦੇ ਫਿਰਦੇ ਆ, ਇਸ ਦੇ ਨਾਲ ਜਿਹੜਾ ਵਾ ਇਹ ਡਿਜ਼ੀਜ਼ ਹੈ ਜਿਹੜਾ ਉਹ ਸਪਰੈਡ ਹੋ ਸਕਦੀ ਆ। ਉਸ ਸਮੇਂ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਲੋਕਾਂ ਦੇ ਜਿਹੜਾ ਵਾ ਹਿਊਮਨ ਰਾਈਟਸ ਸਸਪੈਂਡ ਕੀਤੇ ਹੋਏ ਸੀ ਵਰਲਡ ਵਾਰ ਦਾ ਕਰਕੇ। ਹੁਣ ਵਰਲਡ ਵਾਰ 'ਤੇ ਖਤਮ ਹੋ ਚੁੱਕੀ, ਲੋਕਾਂ ਨੂੰ ਇੱਕ ਉਮੀਦ ਸੀ ਕਿ ਵਰਲਡ ਵਾਰ ਖਤਮ ਹੋਣ ਤੋਂ ਬਾਅਦ ਅਜਿਹੇ ਸਾਰੇ ਜਿਹੜੇ ਸਾਡੇ ਹਿਊਮਨ ਰਾਈਟਸ ਆ ਸਾਨੂੰ ਵਾਪਸ ਜਿਹੜੇ ਦੇ ਦਿੱਤੇ ਜਾਣਗੇ, ਪਰ ਹੋਇਆ ਇਸ ਦੇ ਉਲਟ। ਗੌਰਮੈਂਟ ਨੇ ਰੌਲਟ ਐਕਟ ਵਰਗਾ ਕਾਨੂੰਨ ਬਣਾ ਕੇ ਲੋਕਾਂ ਦੇ ਉੱਪਰ ਹੋਰ ਸਖਤ ਪਾਬੰਦੀਆਂ ਜਿਹੜੀਆਂ ਲਗਾ ਦਿੱਤੀਆਂ। ਮਹਾਤਮਾ ਗਾਂਧੀ ਡਿਸਾਈਡ ਟੂ ਲਾਂਚ ਏ ਨੈਸ਼ਨਲ ਵਾਈਡ ਸੱਤਿਆਗ੍ਰਹਿ ਅਗੇਂਸਟ ਦਿਸ ਐਕਟ ਵਿਚ ਵੁੱਡ ਸਟਾਰਟ ਵਿਦ ਏ ਹੜਤਾਲ ਔਨ ਦਾ 6 ਅਪ੍ਰੈਲ। ਮਹਾਤਮਾ ਗਾਂਧੀ ਨੇ ਇਸ ਕਾਨੂੰਨ ਦੇ ਵਿਰੁੱਧ ਇੱਕ ਪੂਰੇ ਦੇਸ਼ ਨੂੰ ਲੈ ਕੇ ਹੜਤਾਲ ਕਰਨ ਦੀ 6 ਅਪ੍ਰੈਲ ਜਿਹੜੀ ਡੇਟ ਨਿਸ਼ਚਿਤ ਕੀਤੀ ਤਾਂ ਕਿ ਸਾਰੇ ਲੋਕ ਇਸ ਲਾਅ ਦਾ ਵਿਰੋਧ ਕਰਨ। ਨੈਕਸਟ, ਰੈਲੀਜ਼ ਵਰ ਆਰਗੇਨਾਈਜ਼, ਵਰਕਰ ਔਨ ਸਟ੍ਰਾਈਕ, ਰੇਲਵੇ ਵਰਕਸ਼ਾਪ ਕਲੋਜ਼। ਮਹਾਤਮਾ ਗਾਂਧੀ ਦੇ ਕਾਲ ਨੂੰ ਲੈ ਕੇ, ਬੁਲਾਵੇ ਨੂੰ ਲੈ ਕੇ ਥਾਂ ਥਾਂ 'ਤੇ ਰੈਲੀਆਂ ਕੀਤੀਆਂ ਗਈਆਂ। ਵਰਕਰ ਮਜ਼ਦੂਰ ਹੀ ਜਿਹੜੇ ਸਟ੍ਰਾਈਕ 'ਤੇ ਚੱਲ ਗਏ, ਕੰਮ ਕਰਨਾ ਬੰਦ ਕਰ ਦਿੱਤਾ। ਰੇਲਵੇ ਵਰਕਸ਼ਾਪ ਜਿਹੜੀਆਂ ਕਲੋਜ਼ ਹੋ ਗਈਆਂ, ਬੰਦ ਹੋ ਗਈਆਂ। ਬ੍ਰਿਟਿਸ਼ ਡਿਸਾਈਡ ਟੂ ਕਲੈਂਪ ਡਾਊਨ ਔਨ ਨੈਸ਼ਨਲਿਸਟ। ਅੰਗਰੇਜ਼ਾਂ ਦਾ ਮੰਨਣਾ ਸੀ ਕਿ ਆਮ ਲੋਕ ਜਿਹੜੀ ਪਬਲਿਕ ਆ ਇੰਨਾ ਵੱਡਾ ਅੰਦੋਲਨ ਨਹੀਂ ਕਰ ਸਕਦੇ, ਇਹ ਸਾਰਾ ਕੁਛ ਵੱਡੇ ਵੱਡੇ ਜਿਹੜੇ ਰਾਜਨੀਤੀਵਾਨ ਆ, ਪੋਲੀਟੀਸ਼ੀਅਨ ਆ, ਉਹਨਾਂ ਦੀ ਚਾਲ ਹੈ। ਇਸ ਕਰਕੇ ਬ੍ਰਿਟਿਸ਼ ਅਫਸਰ ਨੇ ਇਹਨਾਂ ਰਾਜਨੀਤੀਵਾਨਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ। ਲੋਕਲ ਲੀਡਰ ਸਪੀਕਡ ਅਪ, ਜਿਹੜੇ ਸਥਾਨਕ ਨੇਤਾ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਔਨ 10 ਅਪ੍ਰੈਲ ਫਾਇਰਡ ਅਪੌਨ ਏ ਪੀਸਫੁਲ ਪ੍ਰੋਸੈਸ਼ਨ ਮੀਨਸ ਜਲੂਸ। 10 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਸ਼ਾਂਤਮਈ ਜਾ ਰਿਹਾ ਜਲੂਸ ਦੇ ਉੱਪਰ ਜਿਹੜਾ ਗੋਲੀਬਾਰੀ ਕਰ ਦਿੱਤੀ ਗਈ। ਇਹ ਵੀ ਜਲੂਸ ਅੰਗਰੇਜ਼ਾਂ ਦੇ ਬ੍ਰਿਟਿਸ਼ ਦਾ ਵਿਰੋਧ ਕਰਨ ਵਾਸਤੇ ਜਾ ਰਿਹਾ ਸੀ। ਮਾਰਸ਼ਲ ਲਾਅ ਵਾਜ ਇੰਪੋਜ਼ ਐਂਡ ਜਨਰਲ ਡਾਇਰ ਟੁੱਕ ਕਮਾਂਡ। ਮਾਰਸ਼ਲ ਲਾਅ, ਆਰਮੀ ਦਾ ਸ਼ਾਸਨ ਜਿਹੜਾ ਲਗਾ ਦਿੱਤਾ ਗਿਆ। ਜਨਰਲ ਡਾਇਰ ਨੂੰ ਅੰਮ੍ਰਿਤਸਰ ਦਾ ਜਿਹੜਾ ਕਮਾਂਡ ਦੇ ਦਿੱਤੀ ਗਈ। ਔਨ 13 ਅਪ੍ਰੈਲ ਜਲਿਆਂਵਾਲਾ ਬਾਗ ਇੰਸੀਡੈਂਟ ਟੁੱਕ ਪਲੇਸ। 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਦੀ ਘਟਨਾ ਵਾਪਰਦੀ ਆ। ਇਸ ਘਟਨਾ ਤੋਂ ਪਹਿਲਾਂ 12 ਅਪ੍ਰੈਲ ਇਵਨਿੰਗ ਟਾਈਮ ਜਨਰਲ ਡਾਇਰ ਨੇ 144 ਆਰਟੀਕਲ ਇੰਪਲੀਮੈਂਟ, ਧਾਰਾ 144 ਲਗਾ ਦਿੱਤੀ। ਮੀਨਸ ਕੋਈ ਵੀ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ, ਕੋਈ ਜਲੂਸ ਨਹੀਂ ਕੱਢ ਸਕਦਾ, ਕੋਈ ਮੁਜ਼ਾਹਰਾ ਨਹੀਂ ਕਰ ਸਕਦਾ, ਸਟ੍ਰਾਈਕ ਨਹੀਂ ਕਰ ਸਕਦਾ। ਅਜਿਹੀਆਂ ਪਾਬੰਦੀਆਂ ਜਿਹੜੀਆਂ ਲੋਕਾਂ ਦੇ ਉੱਪਰ ਲਗਾ ਦਿੱਤੀਆਂ ਗਈਆਂ। ਬਟ ਹੀ ਕਮਾਂਡਡ ਐਟ ਲੇਟ ਇਵਨਿੰਗ ਐਂਡ ਕਾਮਨ ਪੀਪਲ ਨਾਟ ਅਵੇਅਰ ਅਬਾਊਟ ਦਿਸ। ਮੀਨਸ ਇਹੀ ਹੁਕਮ ਉਹਨੇ 144 ਦਾ ਸ਼ਾਮ ਨੂੰ ਦੇਰ ਤੱਕ ਲਾਗੂ ਕੀਤਾ। ਮਾਰਨਿੰਗ 13 ਅਪ੍ਰੈਲ ਤੱਕ ਆਮ ਲੋਕਾਂ ਨੂੰ ਇਸ ਕਾਨੂੰਨ ਦਾ ਕੋਈ ਪਤਾ ਨਹੀਂ ਕਿ 144 ਧਾਰਾ ਜਿਹੜੀ ਲੱਗ ਚੁੱਕੀ ਆ। ਵਿਸਾਖੀ ਦਾ ਦਿਹਾੜਾ ਹੋਣ ਕਰਕੇ ਬਹੁਤ ਸਾਰੇ ਪੀਪਲ ਅੰਮ੍ਰਿਤਸਰ ਦਰਬਾਰ ਸਾਹਿਬ ਇਕੱਠੇ ਹੋਏ। ਉਹ ਤੋਂ ਕੁਛ ਲੋਕ ਜਿਹੜਾ ਜਲਿਆਂਵਾਲਾ ਬਾਗ ਰੈਲੀ ਦੇ ਵਿੱਚ ਪਹੁੰਚ ਗਏ। ਪਰ ਹੁਣ ਲੋਕਾਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ 144 ਆਰਟੀਕਲ ਜਿਹੜਾ ਇੰਪਲੀਮੈਂਟ ਕੀਤਾ ਹੋਇਆ ਹੈ। ਇਸ ਸਮੇਂ ਦੌਰਾਨ ਜਨਰਲ ਡਾਇਰ ਨੇ ਆਪਣੀ ਆਰਮੀ ਦੇ ਨਾਲ ਇਹਨਾਂ ਲੋਕਾਂ ਨੂੰ 3 ਮਿੰਟਸ ਦੇ ਵਿੱਚ ਆਪਣੀ ਜਗ੍ਹਾ ਜਿਹੜੀ ਆ ਵਾ ਖਾਲੀ ਐਮਪਟੀ ਕਰਨ ਵਾਸਤੇ ਕਿਹਾ। ਹੁਣ ਜਲਿਆਂਵਾਲੇ ਬਾਗ ਦਾ ਇੱਕ ਹੀ ਐਂਟਰੀ ਗੇਟ ਸੀ। ਐਂਟਰੀ ਗੇਟ 'ਤੇ ਜਿਹੜਾ ਜਨਰਲ ਡਾਇਰ ਆਪਣੀ ਆਰਮੀ ਦੇ ਨਾਲ ਪਹੁੰਚ ਚੁੱਕਾ ਸੀ। ਆਮ ਲੋਕ ਜਿਹੜੇ ਉਹਨਾਂ ਲਈ ਬਾਹਰ ਨਿਕਲਦਾ ਕੋਈ ਰਸਤਾ ਨਹੀਂ। ਇਸ ਕਰਕੇ 3 ਮਿੰਟ ਦੇ ਬਾਅਦ ਜਨਰਲ ਡਾਇਰ ਨੇ ਫਾਇਰ ਦਾ ਹੁਕਮ ਦੇ ਦਿੱਤਾ। ਗੌਰਮੈਂਟ ਦੇ ਰਿਕਾਰਡ ਅਨੁਸਾਰ 379 ਪੀਪਲਸ ਜਿਹੜੇ ਉਹਨਾਂ ਦੀ ਡੈਥ ਹੋਈ ਆ। ਬਟ ਅਕੋਰਡਿੰਗ ਟੂ ਦਾ ਵਿਟਨੈਸ, ਗਵਾਹਾਂ ਦੇ ਅਨੁਸਾਰ ਇਹ ਗਿਣਤੀ ਜਿਹੜੀ ਆ 1 ਤੋਂ 2000 ਪੀਪਲ ਸੀ। ਸੋ
ਇੱਦਾਂ ਗੌਰਮੈਂਟ ਨੂੰ ਲੱਗਦਾ ਸੀ ਕਿ ਅਜਿਹੀ ਕਾਰਵਾਈ ਕਰਕੇ ਅਜਿਹੇ ਇੰਸੀਡੈਂਟ ਦੇ ਨਾਲ ਆਮ ਲੋਕਾਂ ਦੇ ਮਨਾਂ ਦੇ ਵਿੱਚ ਡਰ ਬੈਠ ਜਾਏਗਾ। ਐਦਾਂ ਨਿਊਜ਼ ਆਫ ਦਿਸ ਇੰਸੀਡੈਂਟ ਸਪਰੈਡ, ਪਰ ਜਦੋਂ ਇਸ ਘਟਨਾ ਦੀ ਖਬਰ ਦੂਸਰੇ ਇਲਾਕਿਆਂ ਵਿੱਚ ਫੈਲੀ, ਦੇਅਰ ਵਾਰ ਸਟ੍ਰਾਈਕਸ, ਲੋਕਾਂ ਨੇ ਸਟ੍ਰਾਈਕਸ ਕੀਤੀਆਂ, ਕਲੈਸ਼ਿਸ਼ ਵਿਦ ਦਾ ਪੁਲਿਸ ਦੇ ਨਾਲ ਝਗੜੇ ਹੋਏ, ਅਟੈਕਿੰਗ ਔਨ ਗੌਰਮੈਂਟ ਬਿਲਡਿੰਗ, ਸਰਕਾਰੀ ਗੌਰਮੈਂਟ ਦੇ ਦਫ਼ਤਰ ਸੀ ਜਿਹੜੇ ਇਹਨਾਂ ਦੇ ਉੱਪਰ ਹਮਲਾ ਹੋਇਆ। ਕਰੋਲਿੰਗ ਐਂਡ ਸਲਾਮ ਆਰਡਰ ਪਾਸਡ, ਫਿਗਰ 3 ਤੁਹਾਡੀ ਬੁੱਕ ਦੇ ਉੱਪਰ ਹੋਏਗੀ। ਇਸ ਆਰਡਰ ਨਾਲ ਰਿਲੇਟਡ ਫਿਗਰ ਹੈ, ਇਹਨੂੰ ਜ਼ਰੂਰ ਦੇਖਣਾ। ਇਹ ਘਟਨਾ ਜਿਹੜੀ ਆ 10 ਅਪ੍ਰੈਲ ਦੇ ਨਾਲ ਰਿਲੇਟਡ ਆ। 10 ਅਪ੍ਰੈਲ ਨੂੰ ਮਿਸਿਸ ਸ਼ੇਰਵੁੱਡ ਨਾਂ ਦੀ ਇੱਕ ਲੇਡੀ ਹੈ, ਬ੍ਰਿਟਿਸ਼ ਲੇਡੀ, ਇੱਕ ਟੀਚਰ ਹੈ ਆਪਣੇ ਅੰਮ੍ਰਿਤਸਰ ਦੇ ਵਿੱਚ। ਉਹ ਜਿਹੜੀ ਆ ਆਪਣੇ ਗਲੀ ਦੇ ਵਿੱਚ ਵਾਪਸ ਆਪਣੇ ਘਰ ਨੂੰ ਜਾ ਰਹੀ ਆ। ਐਟ ਏ ਟਾਈਮ ਮੌਬ ਲਿੰਚਿੰਗ ਇੰਸੀਡੈਂਟ ਹੈਪਨਿੰਗ ਵਿਦ ਹਰ। ਮੌਬ ਲਿੰਚਿੰਗ ਮੀਨਸ ਭੀੜ ਨੇ ਉਹਦੇ ਉੱਪਰ ਹਮਲਾ ਕਰ ਦਿੱਤਾ। ਭੀੜ ਨੇ ਹਮਲਾ ਕੀਤਾ ਅਤੇ ਆਪਣੇ ਸਾਈਕਲ ਤੋਂ ਗਿਰਨ ਤੋਂ ਬਾਅਦ ਇੱਧਰ ਉੱਧਰ ਦੌੜਦੀ ਆ, ਬਹੁਤ ਸਾਰੇ ਘਰਾਂ ਦੇ ਦਰਵਾਜ਼ੇ ਖਟਖਟਾਉਂਦੀ, ਜਿਹੜਾ ਅੱਗੇ ਵੱਧਦੀ ਆ, ਪਰ ਕੋਈ ਵੀ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ, ਦਰਵਾਜ਼ੇ ਨਹੀਂ ਖੋਲ੍ਹਦੇ। ਉਹ ਭੀੜ ਦੇ ਜਿਹੜਾ ਵਾ ਬਿਲਕੁਲ ਜਦੋਂ ਨੇੜੇ ਆਉਂਦੀ ਭੀੜ ਨੇ ਉਹਦੇ ਉੱਪਰ ਜਿਹੜਾ ਸਟਿਕਸ ਨਾਲ ਜਿਹੜਾ ਅਟੈਕ ਕਰ ਦਿੱਤਾ ਅਤੇ ਕਾਫੀ ਇੰਜਰਡ ਹੋ ਜਾਂਦੀ ਆ। ਇਸ ਤੋਂ ਬਾਅਦ ਉਹਦੀ ਜਾਨ 'ਤੇ ਬਚ ਦਿੰਦੇ ਆ, ਪਰ ਬ੍ਰਿਟਿਸ਼ ਹੈ ਜਿਹੜੇ ਉਹਨਾਂ ਦੇ ਮਨਾਂ ਵਿੱਚ ਬਹੁਤ ਜਿਹੜਾ ਐਂਗਰ ਹੁੰਦਾ ਕਿ ਸਾਡੇ ਰੀਜਨ ਦੀ ਲੇਡੀ ਨਾਲ ਇਨਸਲਟ ਕੀਤੀ ਗਈ ਆ। ਸੋ ਇਸ ਦਾ ਬਦਲਾ ਲੈਣ ਵਾਸਤੇ 13 ਅਪ੍ਰੈਲ ਤੋਂ ਬਾਅਦ ਜਿਹੜਾ ਇੱਕ ਨਿਊ ਲਾਅ ਪਾਸ ਕੀਤਾ ਜਾਂਦਾ ਜਿਸ ਨੂੰ ਬੋਲਿਆ ਗਿਆ ਕਰੋਲਿੰਗ ਐਂਡ ਦਾ ਸਲਾਮ ਆਰਡਰ। ਇਸ ਦੇ ਅਕੋਰਡਿੰਗ ਇੰਡੀਆ ਦੇ ਲੋਕ ਜਿਸ ਸਟੇਟ ਦੇ ਵਿੱਚ ਮਿਸ ਸ਼ੇਰਵੁੱਡ ਦੇ ਉੱਪਰ ਅਟੈਕ ਕੀਤਾ ਗਿਆ ਸੀ, ਉਸ ਸਟੇਟ ਦੇ ਵਿੱਚੋਂ ਪੈਦਲ ਚੱਲ ਕੇ ਨਹੀਂ ਸੀ ਲੰਘਦੇ। ਉਹਨਾਂ ਨੂੰ ਰੋਲਿੰਗ ਇੱਕ ਰੀਂਗਦੇ ਹੋਏ, ਆਪਣੇ ਨੱਕ ਰਗੜਦੇ ਹੋਏ ਉਸ ਗਲੀ ਨੂੰ ਪਾਸ ਕਰਨਾ ਪੈਂਦਾ ਸੀ। ਅਗਰ ਕੋਈ ਵੀ ਬ੍ਰਿਟਿਸ਼ ਅਧਿਕਾਰੀ ਉਹਨਾਂ ਦੇ ਸਾਹਮਣੇ ਆਉਂਦਾ ਸੀ, ਬੇਸ਼ੱਕ ਉਹ ਇੰਡੀਆ ਦੇ ਵਿੱਚ ਪੀਐਨ ਲੱਗਾ ਹੋਵੇ, ਉਸ ਬ੍ਰਿਟਿਸ਼ ਅਧਿਕਾਰੀ ਨੂੰ ਵੱਡੇ ਤੋਂ ਵੱਡੇ ਵੀ ਇੰਡੀਅਨ ਅਫਸਰ ਨੂੰ ਸਲਾਮ ਕਰਨਾ ਪੈਂਦਾ ਸੀ। ਮਤਲਬ ਭਾਰਤ ਦਾ ਕੋਈ ਵੀ ਲੋਕ ਹੈ, ਭਾਵੇਂ ਉਹ ਅਫਸਰ ਲੱਗਾ, IPS ਅਫਸਰ ਲੱਗਾ ਹੋਵੇ, ਪਰ ਉਹਦੇ ਸਾਹਮਣੇ ਅਗਰ ਬ੍ਰਿਟਿਸ਼ ਪੀਐਨ ਵੀ ਆ ਜਾਂਦਾ, ਉਸ IPS ਨੂੰ ਪੀਐਨ ਨੂੰ ਸਲਿਊਟ ਕਰਨਾ ਪੈਂਦਾ ਸੀ। ਨੈਕਸਟ ਆ ਜਾਂਦਾ ਸਾਡੇ ਕੋਲ ਇਨ ਸਮ ਏਰੀਆਸ ਲਾਈਕ ਦਾ ਗੁਜਰਾਂਵਾਲਾ, ਜੋ ਕਿ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਆ। ਲੋਕਾਂ ਨੇ ਕੁਛ ਪਿੰਡਾਂ ਵਿੱਚ ਮਾਰਕਟਾਈ ਕੀਤੀ ਅਤੇ ਕਿਤੇ ਕਿਤੇ ਬੌਂਬ ਬਲਾਸਟ ਕਰ ਦਿੱਤੀ। ਜਦੋਂ ਮਹਾਤਮਾ ਗਾਂਧੀ ਨੂੰ ਪਤਾ ਲੱਗਾ ਕਿ ਮੇਰੇ ਅੰਦੋਲਨ ਦੇ ਵਿੱਚ ਵਾਇਲੈਂਸ ਹੋਣ ਲੱਗ ਗਈ ਹੈ, ਲੋਕਾਂ ਦੇ ਉੱਪਰ ਹਮਲੇ ਕੀਤੇ ਜਾ ਰਹੇ ਆ, ਮਾਰਕਟਾਈ ਦੀਆਂ ਘਟਨਾਵਾਂ ਵਾਪਰ ਰਹੀਆਂ, ਮਹਾਤਮਾ ਗਾਂਧੀ ਨੇ ਇਸ ਅੰਦੋਲਨ ਨੂੰ ਜਿਹੜਾ ਬੰਦ ਕਰ ਦਿੱਤਾ। ਮਹਾਤਮਾ ਗਾਂਧੀ ਵੱਲੋਂ ਚਲਾਏ ਗਏ ਇਸ ਅੰਦੋਲਨ ਨੂੰ ਬਹੁਤ ਸਾਰੇ ਲੋਕਾਂ ਨੇ ਆਪਣਾ ਸਾਥ ਦਿੱਤਾ, ਪਰ ਫਿਰ ਵੀ ਸ਼ਹਿਰਾਂ ਦੇ ਵਿੱਚ ਅਤੇ ਛੋਟੇ ਟਾਊਨਸ ਜਿਹੜੇ ਇਹਨਾਂ ਵਿੱਚ ਲੋਕਾਂ ਨੇ ਮਹਾਤਮਾ ਗਾਂਧੀ ਦਾ ਬਹੁਤਾ ਸਾਥ ਨਾ ਦਿੱਤਾ। ਮਹਾਤਮਾ ਗਾਂਧੀ ਨੂੰ ਇੱਕ ਗੱਲ ਦਾ ਨਿਸ਼ਚਾ ਹੋ ਚੁੱਕਾ ਸੀ ਕਿ ਜਦੋਂ ਤੱਕ ਮੈਂ ਹਿੰਦੂ ਔਰ ਮੁਸਲਿਮ ਲੋਕਾਂ ਨੂੰ ਇਕੱਠੇ ਨਹੀਂ ਕਰ ਲੈਂਦਾ, ਮੇਰਾ ਕੋਈ ਵੀ ਮੂਵਮੈਂਟ ਜਿਹੜਾ ਸਕਸੈਸਫੁਲ ਨਹੀਂ ਹੋ ਸਕਦਾ। ਹੀ ਵਾਜ਼ ਟੂ ਟੇਕ ਅਪ ਦਾ ਖਿਲਾਫਤ ਇਸ਼ੂ। ਮਹਾਤਮਾ ਗਾਂਧੀ ਨੂੰ ਹਿੰਦੂ ਔਰ ਮੁਸਲਿਮ ਪੀਪਲ ਨੂੰ ਇਕੱਠੇ ਕਰਨ ਦਾ ਇੱਕ ਮੌਕਾ ਮਿਲਿਆ ਖਿਲਾਫਤ ਅੰਦੋਲਨ ਲੈ ਕੇ। ਫਸਟ ਵਰਲਡ ਵਾਰ ਦੇ ਵਿੱਚ ਹੁਣ ਖਿਲਾਫਤ ਅੰਦੋਲਨ ਕੀ ਸੀ? ਫਸਟ ਵਰਲਡ ਵਾਰ ਦੇ ਵਿੱਚ ਓਟੋਮਨ ਟਰਕੀ ਕੰਟਰੀ ਦੀ ਹਾਰ ਹੋ ਜਾਂਦੀ ਆ। ਉਸ ਦੀ ਹਾਰ ਤੋਂ ਬਾਅਦ ਇੱਕ ਰਿਊਮਰ ਮੀਨਸ ਇੱਕ ਅਫਵਾਹ ਉੱਡਦੀ ਆ ਕਿ ਟਰਕੀ ਨੂੰ ਬਹੁਤ ਸਖਤ ਸ਼ਰਤਾਂ ਦੇ ਨਾਲ ਜਿਹੜਾ ਬ੍ਰਿਟਿਸ਼ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਆ। ਇਨ ਮਾਰਚ 1919 ਖਿਲਾਫਤ ਕਮੇਟੀ ਵਾਜ਼ ਫਾਰਮਿੰਗ ਇਨ ਬੰਬੇ। ਓਟੋਮਨ ਟਰਕੀ ਦਾ ਜਿਹੜਾ ਨੇਤਾ ਪੋਲੀਟੀਸ਼ੀਅਨ ਰਾਜਾ ਕਿੰਗ ਸੀ, ਪੂਰੇ ਵਰਲਡ ਦੀ ਮੁਸਲਿਮ ਕੌਮ ਉਸ ਕਿੰਗ ਨੂੰ ਆਪਣਾ ਪੋਲੀਟੀਕਲ ਦੇ ਨਾਲ ਨਾਲ ਸਪਿਰਿਚੁਅਲ ਨੇਤਾ ਵੀ ਜਿਹੜਾ ਮੰਨਦੇ ਸੀ। ਜਿਵੇਂ ਅੱਜ ਆਪਾਂ ਦਰਬਾਰ ਸਾਹਿਬ ਦਾ, ਅਕਾਲ ਤਖਤ ਸਾਹਿਬ ਦਾ ਹੈੱਡ ਗ੍ਰੰਥੀ ਹੈ ਔਰ ਜਥੇਦਾਰ ਸਾਹਿਬ ਆ, ਸਾਰੀ ਸਿੱਖ ਕਮਿਊਨਿਟੀ ਉਹਦੇ ਆਦੇਸ਼ ਦਾ ਪਾਲਣ ਕਰਦੀ ਆ। ਇਸੇ ਤਰੀਕੇ ਦੇ ਨਾਲ ਟਰਕੀ ਦਾ ਜੋ ਕਿੰਗ ਸੀ, ਉਸ ਦੇ ਦੇਸ਼ ਦਾ ਮੁਸਲਮਾਨਾਂ ਵੱਲੋਂ ਪਾਲਣ ਕੀਤਾ ਜਾਂਦਾ ਸੀ। ਜਦੋਂ ਮੁਸਲਮਾਨਾਂ ਨੂੰ ਪਤਾ ਲੱਗਾ ਕਿ ਟਰਕੀ ਦੇ ਕਿੰਗ ਦਾ ਅਪਮਾਨ ਕੀਤਾ ਜਾ ਰਿਹਾ ਹੈ, ਉਹਦੇ ਉੱਪਰ ਜਿਹੜਾ ਸਖਤੀ ਦੇ ਨਾਲ ਬਹੁਤ ਸਾਰੀਆਂ ਸ਼ਰਤਾਂ, ਕੰਡੀਸ਼ਨਸ ਲਗਾਈਆਂ ਜਾ ਰਹੀਆਂ ਹੈ ਔਰ ਬਹੁਤ ਸਾਰੇ ਇਲਾਕੇ ਜੋ ਟਰਕੀ ਨੇ ਇਸ ਵਰਲਡ ਵਾਰ ਤੋਂ ਪਹਿਲਾਂ ਜਿੱਤੇ ਸੀ, ਉਹਨਾਂ ਸਾਰਿਆਂ ਨੂੰ ਵਾਪਸ ਕਰ ਦਿੱਤਾ ਜਾਏ। ਅਜਿਹੇ ਹਾਲਾਤਾਂ ਦੇ ਵਿੱਚ ਪੂਰੇ ਵਰਲਡ ਦੇ ਮੁਸਲਮਾਨ ਬ੍ਰਿਟਿਸ਼ ਦੇ ਅਗੇਂਸਟ ਹੋ ਜਾਂਦੇ ਆ। ਇੰਡੀਆ ਦੇ ਵਿੱਚ ਵੀ ਫਿਰ ਜਦੋਂ ਮੁਸਲਮਾਨਾਂ ਨੂੰ ਇਸ ਘਟਨਾ ਦਾ ਪਤਾ ਲੱਗਦਾ ਹੈ, ਮੁਸਲਮਾਨਾਂ ਨੇ ਰਲ ਕੇ ਮਾਰਚ 1919 ਨੂੰ ਖਿਲਾਫਤ ਕਮੇਟੀ ਦੀ ਸਥਾਪਨਾ ਕੀਤੀ। ਮੁਹੰਮਦ ਅਲੀ ਐਂਡ ਦਾ ਸ਼ੌਕਤ ਅਲੀ, ਦੇ ਆਰ ਦਾ ਲੀਡਰ ਆਫ ਡੈਟ ਕਮੇਟੀ ਔਰ ਆਲਸੋ ਮੈਂਬਰ ਔਰ ਵਲੰਟੀਅਰ ਆਫ ਡੈਟ ਕਮੇਟੀ।
ਇੰਡੀਆ ਦੇ ਵਿੱਚ ਮੁਹੰਮਦ ਅਲੀ ਔਰ ਸ਼ੌਕਤ ਅਲੀ ਇਸ ਕਮੇਟੀ ਦੇ ਜਿਹੜੇ ਮੈਂਬਰ ਆ, ਇਹਨਾਂ ਨੇ ਆਪਣੇ ਅੰਦੋਲਨ ਨੂੰ ਹੋਰ ਸਖਤ ਵੱਡਾ ਕਰਨ ਵਾਸਤੇ ਮਹਾਤਮਾ ਗਾਂਧੀ ਦੇ ਨਾਲ ਯੂਨਾਈਟਿਡ ਏਕਤਾ ਦੀ ਜਿਹੜੀ ਸੰਭਾਵਨਾ ਤਲਾਸ਼ਣ ਵਾਸਤੇ ਗੱਲਬਾਤ ਕੀਤੀ। ਇਨ ਕਲਕੱਤਾ ਸੈਸ਼ਨ ਆਫ ਦਾ ਕਾਂਗਰਸ ਇਨ ਸੈਪਟੰਬਰ 1920 ਮਹਾਤਮਾ ਗਾਂਧੀ ਕਨਵਿੰਸਡ ਅਦਰ ਲੀਡਰਸ ਟੂ ਸਟਾਰਟ ਏ ਨਾਨ ਕੋਆਪਰੇਸ਼ਨ ਮੂਵਮੈਂਟ ਇਨ ਸਪੋਰਟ ਆਫ ਦਾ ਖਿਲਾਫਤ ਐਜ਼ ਵੈਲ ਐਜ਼ ਫਾਰ ਸਵਰਾਜ। ਮਹਾਤਮਾ ਗਾਂਧੀ ਵਾਂਗ ਸਾਰੇ ਲੀਡਰ ਜਿਹੜੇ ਮੁਸਲਿਮ ਹਿੰਦੂ ਨੂੰ ਇਕੱਠੇ ਨਹੀਂ ਸੀ ਕਰਨਾ ਚਾਹੁੰਦੇ, ਪਰ ਫਿਰ ਵੀ 1920 ਦੇ ਕਾਂਗਰਸ ਸੈਸ਼ਨ ਜਦੋਂ ਕਲਕੱਤਾ ਦੇ ਵਿੱਚ ਹੁੰਦਾ ਹੈ, ਮਹਾਤਮਾ ਗਾਂਧੀ ਆਪਣੇ ਲੀਡਰਸ ਸਾਥੀ ਆ ਜਿਹੜੇ ਉਹਨਾਂ ਨੂੰ ਇਸ ਗੱਲ ਲਈ ਮਨਾ ਲੈਂਦੇ ਆ ਕਿ ਖਿਲਾਫਤ ਅੰਦੋਲਨ ਦਾ ਸਾਥ ਦੇਣ ਵਾਸਤੇ ਅਸੀਂ ਆਪਣਾ ਇੱਕ ਵੱਖਰਾ ਨਾਨ ਕੋਆਪਰੇਸ਼ਨ ਮੂਵਮੈਂਟ ਅੰਦੋਲਨ ਜਿਹੜਾ ਤਿਆਰ ਕਰੀਏ, ਸ਼ੁਰੂ ਕਰੀਏ, ਜੋ ਕਿ ਖਿਲਾਫਤ ਅੰਦੋਲਨ ਦਾ ਸਾਥ ਵੀ ਦੇਵੇਗਾ ਅਤੇ ਨਾਲ ਦੀ ਨਾਲ ਅਸੀਂ ਆਪਣਾ ਗੋਲ ਹੈ ਸਵਰਾਜ, ਸਵਰਾਜ ਮੀਨਸ ਫਰੀਡਮ, ਆਜ਼ਾਦੀ ਜੋ ਸਾਡਾ ਗੋਲ ਆ ਉਸ ਚੀਜ਼ ਨੂੰ ਵੀ ਪ੍ਰਾਪਤ ਕਰ ਲਵਾਂਗੇ। So this is our today's topic. If you have any problem, you can ask me anytime and give attention on this point. British decided to clamp down on nationalist. ਅੰਗਰੇਜ਼ਾਂ ਨੇ ਇਹ ਨਿਰਧਾਰਿਤ ਕੀਤਾ, ਨਿਸ਼ਚਿਤ ਕੀਤਾ ਸੀ ਕਿ ਆਮ ਲੋਕ ਅੰਦੋਲਨ ਨਹੀਂ ਕਰ ਸਕਦੇ, ਇਸ ਕਰਕੇ ਅਸੀਂ ਪੋਲੀਟੀਸ਼ੀਅਨ ਦੇ ਅਗੇਂਸਟ ਜਿਹੜਾ ਕਾਰਵਾਈ ਕਰਾਂਗੇ। ਇਸੇ ਕਾਰਵਾਈ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦੇ 2 ਲੀਡਰਸ, ਵਨ ਆਫ ਦੈਮ ਸਤਿਆਪਾਲ ਕਿਚਲੂ, ਇਹਨਾਂ ਨੂੰ ਅੰਗਰੇਜ਼ਾਂ ਨੇ ਗ੍ਰਿਫਤਾਰ ਕਰ ਲਿਆ, ਅਰੈਸਟ ਕਰ ਲਿਆ। ਇਹਨਾਂ ਦੇ ਅਰੈਸਟਿੰਗ ਤੋਂ ਬਾਅਦ ਪੀਪਲ ਲੋਕਾਂ ਨੇ ਇਹਨਾਂ ਦੀ ਪੈਰੋਲ ਔਰ ਰਿਹਾਈ ਵਾਸਤੇ 13 ਅਪ੍ਰੈਲ ਨੂੰ ਜਿਹੜਾ ਪ੍ਰੋਸੈਸ਼ਨ ਜਲੂਸ ਕੱਢਿਆ ਸੀ। ਇਸ ਘਟਨਾ ਦੇ ਉੱਪਰ ਬ੍ਰਿਟਿਸ਼ ਨੇ ਫਾਇਰਿੰਗ ਕੀਤੀ ਸੀ। ਇਹ ਯਾਦ ਰੱਖਣਾ ਹੈ। ਸਤਿਆਪਾਲ ਕਿਚਲੂ ਰਿਲੇਟਡ ਟੂ ਦਾ ਜਲਿਆਂਵਾਲਾ ਬਾਗ ਆਲਸੋ, ਹੀ ਵਾਜ ਦਾ ਲੀਡਰ ਆਫ ਕਾਂਗਰਸ ਐਂਡ ਅਰੈਸਟਿੰਗ ਬਿਫੋਰ ਦਾ ਜਲਿਆਂਵਾਲਾ ਬਾਗ incident. Thanks. Take your study seriously. Thanks and have a nice day. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।